ਨਮਸਕਾਰ, ਓਮ ਸ਼ਾਂਤੀ ਤੇ ਸਨਾਲੇ ਸਤਿ ਸ੍ਰੀ ਅਕਾਲ। ਸਤਿਗੁਰੂ ਕਰਤਾ ਪੁਰਖ 'ਚ ਅੱਜ ਫਿਰ ਮੈਂ ਤੁਹਾਡਾ ਸਵਾਗਤ ਕਰਦੀ ਹਾਂ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਪ੍ਰੋਗਰਾਮ ਬਹੁਤ ਸੋਹਣਾ ਲੱਗਦਾ ਹੋਣਾ। ਕਿਉਂਕਿ ਇਸ ਪ੍ਰੋਗਰਾਮ 'ਚ ਸਾਡੇ ਅਨੁਭਵੀ ਤੇ ਨਾਲੇ ਵਿਸ਼ੇਸ਼ ਵਿਅਕਤੀ ਆਉਂਦੇ ਤੇ ਆਪਣਾ ਅਨੁਭਵ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਆਈਏ ਸਵਾਗਤ ਕਰਦੇ ਹਾਂ ਸਾਡੇ ਇਸ ਪ੍ਰੋਗਰਾਮ 'ਚ ਜਿਹੜੇ ਮਹਿਮਾਨ ਆਏ ਆ। ਪੂਨਮ ਦੀਦੀ ਜੀ, ਸਤਿਗੁਰੂ ਕਰਤਾ ਪੁਰਖ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੀਦੀ। ਓਮ ਸ਼ਾਂਤੀ। ਓਮ ਸ਼ਾਂਤੀ। ਤੁਸੀਂ ਸਾਡੇ ਇਸ ਪ੍ਰੋਗਰਾਮ 'ਚ ਪਹਿਲੇ ਵੀ ਆ ਚੁੱਕੇ ਅਤੇ ਨਾਲੇ ਤੁਹਾਨੂੰ ਜਿਹੜੇ ਪ੍ਰਸ਼ਨ ਪੁੱਛੇ ਤੇ ਅਸੀਂ ਉਹ ਤੁਹਾਨੂੰ ਮੈਨੂੰ ਲੱਗਦਾ ਕਿ ਉਹ ਤੁਹਾਡੇ ਜੀਵਨ 'ਚ ਹੋ ਚੁੱਕੇ ਵੇ ਅਤੇ ਅੱਜ ਫਿਰ ਤੁਹਾਡਾ ਇਸ ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ। ਅਸੀਂ ਆਪਣੇ ਪ੍ਰਸ਼ਨਾਂ ਦੀ ਸ਼ੁਰੂਆਤ ਕਰਦੇ ਹਾਂ। ਸਾਨੂੰ ਇੱਕ ਪ੍ਰਸ਼ਨ ਆਇਆ ਦੀਦੀ ਕਿ ਸਰੀਰ ਦੀ ਵਿਆਧੀਆਂ ਦੇ ਜਿਹੜੀ ਸਰੀਰ ਦੀ ਵਿਆਧੀਆਂ ਹੁੰਦੀਆਂ ਉਹ ਚਿੰਤਾ ਤੇ ਮੁਕਤ ਅਤੇ ਗਿਆਨ ਚਿੰਤਨ ਵਾ ਸਵ ਚਿੰਤਨ ਅਸੀਂ ਕਿੱਦਾਂ ਕਰੀਏ? ਜਦੋਂ ਗਿਆਨ ਦਾ ਪਤਾ ਹੀ ਤਾਂ ਲੱਗਦਾ ਹੈ ਕਿ ਜਦੋਂ परिस्थितियाँ है ਤਾਂ ਵਿਆਧੀ ਮੀਨਸ ਜਿਹੜੀ ਬਿਮਾਰੀ ਆਈ ਹੈ ਇਹ ਬਿਮਾਰੀ ਇੱਕ ਪਰੀਖਿਆ ਹੈ ਸਾਡੀ ਜੀ। ਤੇ ਇਸ ਬਿਮਾਰੀ ਯਾਨੀ ਇਸ ਪਰੀਖਿਆ ਦੇ ਵਿੱਚ ਪਾਸ ਉਹੀ ਹੁੰਦੇ ਨੇ ਜਿਹਨੂੰ ਇਹ ਗਿਆਨ ਯਾਦ ਰਹਿੰਦਾ ਹੈ ਕਿ ਮੈਂ ਆਤਮਾ ਹਾਂ, ਇਹ ਸਰੀਰ ਨਹੀਂ। ਔਰ ਇਹਦੀ ਕਿੰਨੀ ਪ੍ਰੈਕਟਿਸ ਹੈ ਇਹ ਪਤਾ ਲੱਗ ਜਾਂਦਾ ਹੈ ਵਿਅਕਤੀ ਦੀ ਸਥਿਤੀ ਨਾਲ, ਕਿਉਂਕਿ ਇਹ परिस्थिति ਹੈ। ਬਾਹਰੋਂ ਆਈ ਹੈ, ਰੋਗ ਬਾਹਰੋਂ ਆਇਆ ਹੈ, ਪਰ ਹੁਣ ਅੰਦਰੂਨੀ ਸਥਿਤੀ ਮੇਰੀ ਕਿੱਦਾਂ ਦੀ ਹੈ ਇਸ ਤੋਂ ਆਪਾਂ परिस्थिति ਨੂੰ ਕਿੰਨੀ ਜਲਦੀ ਭੇਜ ਸਕਦੇ ਹਾਂ, ਉੱਥੋਂ ਰਵਾਨਾ ਕਰ ਸਕਦੇ ਹਾਂ। ਕਿ ਅਸੀਂ ਪਹਿਲਾਂ ਤਾਂ ਕੋਈ ਵਿਆਧੀ ਆਈ, ਰੋਗ ਆਇਆ ਤੇ ਆਪਾਂ ਚਿੰਤਨ ਕਰਨ ਲੱਗੇ ਜੀ। ਚਿੰਤਾ ਨਾਲ ਸ਼ੁਰੂ ਹੋ ਜਾਂਦੀ। ਚਿੰਤਨ ਦੇ ਨਾਲ ਚਿੰਤਾ ਜੁੜੀ ਹੋਈ ਹੈ ਕਿਉਂਕਿ ਵਿਅਰਥ ਚਿੰਤਨ ਹੈ, ਕਿਉਂਕਿ ਆਪਾਂ ਬਾਰ-ਬਾਰ ਸੋਚੀ ਜਾਵਾਂਗੇ ਮੈਨੂੰ ਇਹ ਬਿਮਾਰੀ ਆਈ ਹੈ, ਮੈਨੂੰ ਇਹ ਪੀੜ ਹੋ ਰਿਹਾ ਹੈ, ਇਹ ਪੀੜ ਹੋ ਰਿਹਾ ਹੈ, ਬਾਰ-ਬਾਰ ਆਪਣੇ ਅੰਦਰ ਇਹ ਚਿੰਤਨ ਚੱਲਦਾ ਹੈ ਤਾਂ ਉਹ ਹੋਰ ਵੱਧਦਾ ਜਾਂਦਾ ਹੈ। ਕਿਉਂਕਿ ਦੁਨੀਆ 'ਚ ਇੱਕ ਲਾਅ ਆਫ ਅਟਰੈਕਸ਼ਨਸ ਹੁੰਦੇ ਸੀ। ਲਾਅ ਆਫ ਅਟਰੈਕਸ਼ਨ ਇਹੀ ਕਹਿੰਦਾ ਹੈ ਜਿਹੜਾ ਤੁਸੀਂ ਸੋਚੋਗੇ ਉਹੀ ਤੁਹਾਡੇ ਕੋਲ ਆਏਗਾ। ਤੁਸੀਂ ਬਿਮਾਰੀਆਂ ਦਾ ਚਿੰਤਨ ਕਰ ਰਹੇ ਹੋ, ਬਿਮਾਰੀ ਤੁਹਾਡੇ ਕੋਲ ਆਏਗੀ ਤੇ ਆ ਗਈ ਹੈ ਤਾਂ ਤੁਹਾਡੇ ਕੋਲ ਰਹੇਗੀ। ਜਿੱਦਾਂ ਕੋਈ ਮਹਿਮਾਨ ਆ ਜਾਂਦਾ ਹੈ, ਉਹਨੂੰ ਆਪਾਂ ਚਾਹ ਪਾਣੀ ਪਵਾਉਂਦੇ ਹਾਂ ਤਾਂ ਉਹ ਬਹਿ ਜਾਂਦੇ ਨੇ ਔਰ ਅਗਲੀ ਵਾਰ ਫੇਰ ਆਉਂਦੇ ਨੇ ਜੀ। ਤੇ ਬਿਮਾਰੀ ਦਾ ਚਿੰਤਨ ਕਰਨਾ ਵੀ ਚਾਹ ਪਾਣੀ ਪਵਾਉਣ ਵਰਗਾ ਹੀ ਲੱਗਦਾ ਹੈ। ਤੇ ਜੇ ਆਪਾਂ ਉਹਨਾਂ ਨੂੰ ਚਾਹ ਪਾਣੀ ਨਹੀਂ ਪਵਾਉਂਦੇ ਤਾਂ ਮਹਿਮਾਨ ਨੂੰ ਅੱਧਾ ਲੱਗਦਾ ਮੈਨੂੰ ਪੁੱਛਿਆ ਹੀ ਨਹੀਂ ਤੇ ਉਹ ਅਗਲੀ ਵਾਰ ਆਉਂਦਾ ਉਹ ਨਹੀਂ। ਤਾਂ ਇਸ ਵਾਸਤੇ ਜਦੋਂ ਬਿਮਾਰੀ ਆਈ ਹੈ ਤਾਂ ਉਹਨੂੰ ਕਹਿੰਦੇ ਆ ਪ੍ਰਭੂ ਚਿੰਤਨ ਕਰੋ। ਅੱਛਾ। ਰੋਗਾਂ ਦਾ ਚਿੰਤਨ ਨਹੀਂ ਕਰਨਾ, ਪ੍ਰਭੂ ਚਿੰਤਨ। ਜਦੋਂ ਆਪਾਂ ਪ੍ਰਭੂ ਚਿੰਤਨ ਸ਼ੁਰੂ ਕਰ ਦੇਵਾਂਗੇ ਤਾਂ ਆਟੋਮੈਟਿਕਲੀ ਆਪਾਂ ਉਹਨੂੰ ਬਿਮਾਰੀ ਨੂੰ ਚਾਹ ਪਾਣੀ ਨਹੀਂ ਪਵਾਇਆ। ਬਸ ਇੱਕ ਵਾਰੀ ਚਿੰਤਨ ਕਰ ਲਿਆ ਕਿ ਪਰਮਾਤਮਾ ਮੇਰੇ ਨਾਲ ਹੈ ਤੇ ਜੇ ਜੋ ਵੀ ਕਸ਼ਟ ਆਇਆ ਹੈ ਚਲਾ ਵੀ ਜਾਏਗਾ, ਜਿਹੜਾ ਕੁਝ ਆਂਦਾ ਹੈ ਚਲਾ ਜਾਂਦਾ ਹੈ। ਬਿਲਕੁਲ। ਤਾਂ ਬਸ ਇਹ ਚਿੰਤਨ ਆਪਣੇ ਆਪ ਸਾਨੂੰ ਫ੍ਰੀ ਕਰਦਾ ਰਹਿੰਦਾ ਹੈ, ਮਾਈਂਡ ਤੋਂ ਫ੍ਰੀ ਹੋ ਜਾਂਦੇ ਆਪਾਂ। ਮਤਲਬ ਉਸ ਸਮੇਂ ਪਰਮਾਤਮਾ ਨੂੰ ਯਾਦ ਕਰਦੇ ਲਈ ਪੋਜ਼ਿਟਿਵ ਵਾਈਬ੍ਰੇਸ਼ਨ ਸਾਨੂੰ ਲੈਣ ਪਉਂਗੇ, ਆਪਣੇ ਆਪ ਆਉਣ ਲੱਗ ਜਾਂਦੇ ਨੇ। ਕਿਉਂਕਿ ਪਰਮਾਤਮਾ ਪੋਜ਼ਿਟਿਵਿਟੀ ਦਾ ਭੰਡਾਰ ਹੈ, ਪੋਜ਼ਿਟਿਵਿਟੀ ਦਾ ਸਾਗਰ ਹੈ। ਉਹਨੂੰ ਯਾਦ ਕਰਨਾ, ਉਹਨਾਂ ਦੀ ਸਮ੍ਰਿਤੀ ਸਾਡੇ ਅੰਦਰ ਇੱਕ ਸਮਰਥੀ ਭਰ ਦਿੰਦੀ ਹੈ। ਇਸ ਵਾਸਤੇ ਸਿਰਫ ਯਾਦ ਕਰ ਕਿਸ ਨੂੰ ਰਹੇ ਹਾਂ ਆਪਾਂ। ਜੇ ਆਪਾਂ ਪਰਮਾਤਮਾ ਨੂੰ, ਸਰਵ ਸ਼ਕਤੀਮਾਨ ਨੂੰ ਯਾਦ ਕਰ ਰਹੇ ਹਾਂ ਤਾਂ ਆਟੋਮੈਟਿਕਲੀ ਸ਼ਕਤੀ ਆਏਗੀ। ਜਿੱਦਾਂ ਆਪਾਂ ਕਿਹੜੀ ਅੱਗ ਦੇ ਕੋਲ ਖੜੇ ਹਾਂ ਤੇ ਅੱਗ ਦੇ ਨਾਲ ਬਿਲਕੁਲ ਨੇੜੇ ਤੇੜੇ ਖੜੋਣ ਮਤਲਬ ਬਸ ਆਪਾਂ ਖੜੇ ਹੀ ਹੋਏ ਤਾਂ ਆਪਣੇ ਆਪ ਸੇਕ ਆਣਾ ਸ਼ੁਰੂ ਹੋ ਜਾਂਦਾ ਹੈ। ਹਾਂਜੀ। ਆਪਾਂ ਨੂੰ ਅੱਗ ਤੋਂ ਇਹ ਕਹਿਣਾ ਨਹੀਂ ਪੈਂਦਾ ਹੇ ਅਗਨੀ ਮਈਆ ਸੇਕ ਦੇ ਦਿਓ, ਗਰਮੀ ਦੇ ਦਿਓ, ਕਹਿਣਾ ਨਹੀਂ ਪੈਂਦਾ। ਸੇਕ ਹੀ ਮਿਲੇਗਾ ਕਿਉਂਕਿ ਉਹਦੇ ਕੋਲ ਸੇਕ ਹੀ ਹੈਗਾ ਹੈ, ਠੰਡ ਨਹੀਂ ਮਿਲਣ ਵਾਲੀ। ਤਾਂ ਜਦੋਂ ਆਪਾਂ ਪਰਮਾਤਮਾ ਨੂੰ ਯਾਦ ਕਰ ਰਹੇ ਹਾਂ, ਉਹ ਸਰਵ ਸ਼ਕਤੀਮਾਨ ਹੈ ਤਾਂ ਸ਼ਕਤੀ ਆਟੋਮੈਟਿਕਲੀ ਮਿਲੇਗੀ। ਸ਼ਕਤੀ ਮੰਗਣੀ ਨਹੀਂ ਪੈਂਦੀ। ਆਪਾਂ ਭਗਤੀ 'ਚ ਇਹ ਵੀ ਗਲਤੀ ਕਰਦੇ ਰਹੇ ਕਿ ਕਹਿੰਦੇ ਸੀ ਇਹ ਪਰਮਾਤਮਾ ਸ਼ਕਤੀ ਦੇ, ਸ਼ਾਂਤੀ ਦੇ, ਸੁੱਖ ਦੇ। ਉਹਦੇ ਕੋਲ ਹੋਰ ਕੁਝ ਹੈ ਹੀ ਨਹੀਂ ਨਾ। ਉਹਦੇ ਕੋਲ ਦੁੱਖ, ਅਸ਼ਾਂਤੀ ਤਾਂ ਹੈ ਹੀ ਨਹੀਂ ਕਿ ਜਿਹੜੀ ਆਪਾਂ ਚੁਆਇਸ ਰੱਖ ਰਹੇ ਹਾਂ ਕਿ ਇਹ ਪਰਮਾਤਮਾ ਸ਼ਕਤੀ ਦੇ, ਤਾਂ ਉਹ ਸਾਨੂੰ ਕਮਜ਼ੋਰੀਆਂ ਤਾਂ ਦੇਣ ਵਾਲਾ ਹੈ ਹੀ ਦੇਣੇ ਵਾਲਾ ਨਹੀਂ। ਤਾਂ ਆਪਾਂ ਸਿਰਫ ਯਾਦ ਕਿਹਨੂੰ ਕਰ ਰਹੇ ਹਾਂ? ਸਿਰਫ ਯਾਦ ਰੱਖਣਾ ਕਿ ਸਰਵ ਸ਼ਕਤੀਮਾਨ ਨੂੰ ਯਾਦ ਕਰਿਆ ਤੇ ਸ਼ਕਤੀ ਆਪਣੇ ਆਪ ਮਿਲੇਗੀ। ਬਿਲਕੁਲ। ਤਾਂ ਵਿਆਧੀਆਂ ਦਾ ਚਿੰਤਨ ਨਹੀਂ ਕਰਨਾ, ਪ੍ਰਭੂ ਚਿੰਤਨ ਕਰਨਾ। ਦੀਦੀ, ਅਗਲਾ ਪ੍ਰਸ਼ਨ ਸਾਡਾ ਇਹ ਹੈ ਕਿ ਯੋਗ ਤੇ ਆਤਮਾ ਨੂੰ ਸ਼ਕਤੀ ਮਿਲਦੀ
ਜਾਂ ਆਤਮਾ ਦੀ ਸ਼ਕਤੀ ਜਾਗਰਿਤ ਹੁੰਦੀ? ਦੇਖੋ, ਸ਼ਕਤੀ ਮਿਲਦੀ ਨਹੀਂ ਹੈ, ਸ਼ਕਤੀ ਹੁੰਦੀ ਹੈ ਆਪਣੇ ਅੰਦਰ, ਸਿਰਫ ਜੀ। ਜਾਗਰਿਤ ਹੀ ਕਰਨੀ ਹੈ। ਉਹ ਕਿੱਦਾਂ? ਜਿੱਦਾਂ ਇੱਕ ਰਸਤੇ ਤੋਂ ਜਾ ਰਹੇ ਹਾਂ ਤੇ ਰਸਤੇ ਤੇ ਜਾਂਦੇ ਜਾਂਦੇ ਪਿੱਛੋਂ ਆਪਾਂ ਕਹਿ ਰਹੇ ਨੇ ਅੱਜ ਤਾਂ ਚੱਲਣ ਦੀ ਬਿਲਕੁਲ ਹੈ ਨਹੀਂ, ਅੰਦਰ ਤਾਕਤ ਨਹੀਂ ਹੈਗੀ, ਇੱਕ ਇੱਕ ਕਦਮ ਚੱਲਣਾ ਮੁਸ਼ਕਿਲ ਹੈਗਾ। ਲੇਬਰ ਹੈ ਵਿਚਾਰਾ, ਆਪਣੇ ਸ਼ਹਿਰ ਤੋਂ ਕਰਕੇ ਲੇਬਰ ਕਰਕੇ ਤੇ ਹੁਣ ਪਿੰਡ ਆ ਰਿਹਾ, ਵਿਚਕਾਰ ਇੱਕ ਜੰਗਲ ਪੈ ਰਿਹਾ ਤੇ ਉਹ ਕਹਿੰਦਾ ਮੇਰੇ ਤੋਂ ਇੱਕ ਕਦਮ ਨਹੀਂ ਚੱਲਿਆ ਜਾ ਰਿਹਾ, ਇੰਨਾ ਥੱਕਿਆ ਹੋਇਆ ਮੈਂ, ਬਹੁਤ ਥੱਕ ਚੁੱਕਾ ਤੇ ਮੇਰੇ ਤੋਂ ਨਹੀਂ ਚੱਲਿਆ ਜਾ ਰਿਹਾ। ਪਰ ਕਿਉਂਕਿ ਉਹ ਜੰਗਲ ਥੋੜਾ ਸਾ ਜ਼ਿਆਦਾ ਹੈਗਾ, ਉਹ ਜੰਗਲੀ ਜਾਨਵਰ ਵੀ ਹੁੰਦੇ ਨੇ, ਇਹ ਸੁਣਿਆ ਹੋਇਆ ਸੀ। ਪਰ ਉਸ ਦਿਨ ਉਹਨੂੰ ਸ਼ੇਰ ਦੀ ਦਹਾੜ ਸੁਣੀ। ਜੀ। ਕੀ ਕਰੇਗਾ? ਸ਼ੇਰ ਦੀ ਦਹਾੜ ਸੁਣੀ ਤੇ ਉਹ ਭੱਜਣ ਲੱਗਿਆ, ਜਿੰਨੀ ਤਾਕਤ ਸੀ ਉਹ ਸਾਰੀ ਤਾਕਤ ਲਾ ਦਿੱਤੀ। ਉਹ ਤਾਕਤ ਆਈ ਕਿੱਥੋਂ? ਹਜੇ ਤਾਂ ਕਹਿ ਰਿਹਾ ਸੀ ਇੱਕ ਕਦਮ ਨਹੀਂ ਚੱਲਿਆ ਜਾ ਰਿਹਾ, ਔਰ ਹੁਣ ਉਹ ਭੱਜ ਰਿਹਾ ਹੈ। ਤਾਂ ਇਹ ਦੱਸਦਾ ਹੈ ਕਿ ਤਾਕਤ ਅੰਦਰ ਸੀ। ਤਾਕਤ ਸ਼ੇਰ ਨੇ ਦਿੱਤੀ? ਤਾਕਤ ਸ਼ੇਰ ਨੇ ਨਹੀਂ ਆਪਣੇ ਦਿੱਤੀ, ਅੰਦਰ ਥੀ ਤਾਕਤ ਤਾਂ ਅੰਦਰ ਹੀ ਸੀ, ਬਟ ਆਪਾਂ ਉਹ ਭੁੱਲੇ ਹੋਏ ਸੀ, ਆਪਾਂ ਥਕਾਵਟ ਦਾ ਚਿੰਤਨ ਕਰ ਰਹੇ ਸੀ, ਤਾਂ ਉਹਦੀ ਤਾਕਤ ਦਬ ਚੁੱਕੀ। ਪਰ ਜਦੋਂ ਉਹਨੇ ਸੋਚਿਆ ਹੁਣ ਤਾਂ ਭੱਜੋ, ਹੁਣ ਤਾਂ ਬਸ ਆਪਣੀ ਜਾਨ ਬਚਾਣੀ ਹੈ, ਇੱਕ ਥਾਟ 'ਚ ਟਿਕ ਗਿਆ, ਉਹ ਜਾਨ ਬਚਾਣੀ ਹੈ, ਤਾਂ ਉਹਦੀ ਸਾਰੀ ਤਾਕਤ ਕਿੱਥੇ ਲੱਗੀ? ਦੌੜਨ 'ਚ। ਤਾਂ ਦੌੜਨਾ ਭੱਜਣਾ ਈਜ਼ੀ ਹੋ ਗਿਆ ਕਿਉਂਕਿ ਉਹ ਭੁੱਲ ਗਿਆ ਕਿ ਮੈਨੂੰ ਥਕਾਵਟ ਵੀ ਹੈਗਾ, ਥਾਟ ਚੇਂਜ ਹੋਇਆ। ਤਾਂ ਇਸ ਤਰ੍ਹਾਂ ਜਿਹੜੀ ਬਿਮਾਰੀ ਆਈ ਹੈ ਉਹਨੂੰ ਯੋਗ ਨਾਲ, ਇਹਨੂੰ ਕਹਿੰਦੇ ਯੋਗ ਬਲ, ਯੋਗ ਬਲ ਤਾਂ ਕਹਿਲਾਂਦਾ ਹੈ ਜਦੋਂ ਆਪਾਂ ਉਹਨੂੰ ਯਾਦ ਕਰਦੇ ਹਾਂ ਕਿ ਪਰਮਾਤਮਾ ਮੇਰੇ ਨਾਲ ਹੈ, ਉਹ ਤਾਕਤ ਮਿਲਦੀ ਹੈ। ਤਾਂ ਯੋਗ ਨਾਲ ਅੰਦਰੂਨੀ ਸ਼ਕਤੀ ਜਾਗਰਿਤ ਹੁੰਦੀ ਹੈ। ਦੀਦੀ, ਅਗਲਾ ਪ੍ਰਸ਼ਨ ਸਾਡੇ ਈਮੇਲ 'ਚ ਆਇਆ ਹੈ। ਇਹ ਇੱਕ ਬਹਿਣ ਹੈ, ਉਹਨਾਂ ਦਾ ਨਾਂ ਤ੍ਰਿਪਤੀ ਹੈ। ਉਹ ਬੋਲਦੇ ਕਿ ਜਿੱਦਾਂ ਬਾਬਾ ਬੋਲਦੇ ਮੋਲੇ 'ਚ ਕਿ 8 ਸਕਾਲਰਸ਼ਿਪ ਲੈਣੀ ਹੈ ਤੇ 108 ਪਲੱਸ 'ਚ ਜਾਏਂਗੇ ਤੇ ਨਾਲੇ ਬਾਦਸ਼ਾਹ ਦੇ ਰਾਜਾ ਰਾਣੀ ਵੀ ਬਣੂਗੇ। ਤੇ ਬਹੁਤ ਥੋੜਾ ਫਰਕ ਰਹਿੰਦਾ ਕਿ ਕੁਐਸਚਨ ਇਹ ਬਣਦਾ ਕਿ ਕਿਸਮਤ ਬਹੁਤ ਥੋੜਾ ਫਰਕ ਮਤਲਬ ਇਹ ਕਿੱਦਾਂ ਸਕਾਲਰਸ਼ਿਪ ਕਿਆ ਹੈ, ਕਿਹਦੀ ਸਕਾਲਰਸ਼ਿਪ ਲੈਣੀ ਤੇ ਨਾਲੇ 108 ਪਲੱਸ 'ਚ ਕਿੱਦਾਂ ਆਣਾ ਸੀ? ਸਕੂਲ 'ਚ ਟੀਚਰ ਇੱਕ ਹੀ ਹੈ ਪੜ੍ਹਾਉਣ ਵਾਲਾ, ਪੜ੍ਹਾਈ ਇੱਕੋ ਹੀ ਹੈਗੀ ਹੈ, ਇਹ ਆਪਣੀ ਆਪਣੀ ਮਿਹਨਤ ਹੈਗੀ ਹੈ। ਜਿੰਨੀ ਜ਼ਿਆਦਾ ਮਿਹਨਤ ਕਰ ਲਈ ਉਹ ਮੈਰਿਟ 'ਚ ਆ ਜਾਂਦਾ ਹੈ ਜੀ। ਤੇ ਸਕਾਲਰਸ਼ਿਪ ਲੈਣ ਵਾਲੇ, ਸਕਾਲਰਸ਼ਿਪ ਜਦੋਂ ਮਿਲਦੀ ਹੈ ਨਾ ਤਾਂ ਉਹਦੀ ਆਪਣੀ ਮਿਹਨਤ ਖਤਮ ਹੋ ਜਾਂਦੀ ਹੈ। ਉਹਨੂੰ ਆਪਣੇ ਪੈਸੇ ਨਹੀਂ ਦੇਣੇ ਪੈਣਗੇ, ਫੀਸ ਨਹੀਂ ਦੇਣੀ ਪੈਂਦੀ ਕਿਉਂਕਿ ਸਰਕਾਰ ਉਹਨੂੰ ਪੜ੍ਹਾਏਗੀ, ਕਿਉਂਕਿ ਸਕਾਲਰਸ਼ਿਪ 'ਚ ਪੜ੍ਹੇਗਾ। ਹੁਣ ਤਾਂ ਸਿਰਫ ਉਹਨੇ ਪੜ੍ਹਨ ਦੀ ਮਿਹਨਤ ਕੀਤੀ, ਉਹਦੇ ਬਾਅਦ ਉਹਨੂੰ ਆਪਣੀ ਕੋਈ ਮਿਹਨਤ ਨਹੀਂ, ਮਾਪਿਆਂ ਤੇ ਕੋਈ ਲੋਡ ਨਹੀਂ ਪੈਂਦਾ ਕਿਉਂਕਿ ਸਰਕਾਰ ਪੜ੍ਹਾਏਗੀ ਹੁਣ ਉਹਨੂੰ। ਤਾਂ ਮਿਹਨਤ ਇਸ ਤਰ੍ਹਾਂ ਆਪਣੀ ਗਿਆਨ ਯੋਗ 'ਚ ਜਿਹੜੀ ਮਿਹਨਤ ਫੁੱਲ ਕਰ ਲੈਂਦੇ ਨੇ, ਉਸ ਦੇ ਬਾਅਦ ਉਹ ਆਤਮਾ ਇੰਨੀ ਹਲਕੀ, ਇੰਨੀ ਸੁਤੰਤਰ ਹੋ ਜਾਏਗੀ। ਤਾਂ ਉਹਨੂੰ ਬਾਬਾ ਕਹਿੰਦੇ 8 ਸ਼ੁਰੂ ਦੇ 8 ਸਕਾਲਰਸ਼ਿਪ 'ਚ ਆਣਗੇ। ਤਾਂ ਸਕਾਲਰਸ਼ਿਪ ਲੈਣ ਵਾਲੀ ਆਤਮਾ ਫਿਰ ਆਣਗੇ 100 ਫਸਟ ਡਿਵੀਜ਼ਨ 'ਚ। ਅੱਛਾ। ਤਾਂ ਉਹ 8 ਜਿਹੜੀ ਹੈ ਉਹ ਮਿਹਨਤ ਮੁਕਤ ਆਤਮਾਵਾਂ ਬਣ ਜਾਣਗੀਆਂ। ਉਹਨਾਂ ਨੇ ਪਰਮਾਤਮਾ ਨੂੰ ਯਾਦ ਕਰਨ ਦੀ ਬਸ ਮਿਹਨਤ ਕੀਤੀ ਹੈ। ਉਸ ਦੇ ਬਾਅਦ ਉਹਨਾਂ ਦੀ ਸਾਰੀ ਮਿਹਨਤ ਖਤਮ, ਬਾਕੀ ਕੰਮ ਪਰਮਾਤਮਾ ਕਰੇਗਾ ਉਹਨਾਂ ਦੇ ਵਾਸਤੇ। ਇੱਕ ਬਹੁਤ ਸੋਹਣਾ ਸਲੋਗਨ ਜਦੋਂ ਬਾਣੀ 'ਚ ਆਉਂਦਾ ਹੈ, ਤੇ ਬਾਣੀ 'ਚ ਅਸੀਂ ਪੜ੍ਹਦੇ ਹਾਂ ਕਿ तुम मेरी याद में मगन हो जाओ तो तुम्हारे सोचने का काम भी मैं करता हूँ। जी। ਤਾਂ ਇਹ ਗੱਲ ਸਾਨੂੰ ਦੱਸਦੀ ਹੈ ਕਿ ਜਦੋਂ ਆਪਣਾ ਸਾਰਾ ਥਾਟ ਸਿਸਟਮ ਇੱਕ ਨਾਲ ਜੁੜ ਗਿਆ ਤਾਂ ਉਹ ਇੰਨੀ ਤਾਕਤ ਦੇਗਾ, ਤੇ ਕਿਉਂਕਿ ਉਹ ਸਪੋਰਟਫੁਲ ਕਰਦਾ। ਇਹਨੂੰ ਇੱਕ ਹੋਰ ਸ਼ਬਦ, ਇੱਕ ਹੋਰ ਵਾਕਿਆ ਸੁਣਿਆ ਕਿ ਹਿੰਮਤ ਆਪਕੀ ਮਦਦ ਬਾਪ ਕੀ, ਕਿ ਤਾਕਤ ਉਹ ਦੇਗਾ। ਇਟ ਮੀਨਸ ਜਦੋਂ ਆਪਾਂ ਥੋੜੀ ਵੀ ਹਿੰਮਤ ਰੱਖੀਏ, ਹਿੰਮਤ ਕੀ ਹੁੰਦਾ ਹੈ? ਹਿੰਮਤ ਹੁੰਦਾ ਹੈ ਇੱਕ ਕਦਮ ਤੁਸੀਂ ਵਧਾਓ, 1000 ਕਦਮ ਪਰਮਾਤਮਾ ਚੱਲ ਕੇ ਆਏਗਾ। ਤੇ ਇਹਦੇ ਵਾਸਤੇ ਇੱਕ ਬਹੁਤ ਸੋਹਣਾ ਵਾਕਿਆ ਹੈ ਪਰਮਾਤਮਾ ਦੀ ਬਾਣੀ 'ਚ ਸੁਣਿਆ ਸੀ। ਤੇ ਬਾਬਾ ਨੇ ਕਿਹਾ ਹਿੰਮਤ ਦਾ ਇੱਕ ਕਦਮ ਹੈ ਤੁਹਾਡਾ ਥਾਟ, ਤੁਸੀਂ ਸੋਚੋ ਇਹ ਕਰਨਾ ਮੈਂ, ਬਸ ਥਾਟ ਕੀਤਾ, ਇਹ ਹੈ ਤੁਹਾਡੀ ਹਿੰਮਤ। ਤੁਸੀਂ ਸੰਕਲਪ ਤਾਂ ਕਰੋ, ਉਸ ਸੰਕਲਪ 'ਚ ਇਟ ਮੀਨਸ ਇੱਕ ਪਾਉ ਤੁਸੀਂ ਚੱਕ ਲਿਆ, ਇੱਕ ਪਾਉ ਤੁਸੀਂ ਚੱਕਿਆ, ਹੁਣ ਉਸ ਪਾਉ 'ਚ ਤਾਕਤ ਭਰਨੀ, ਉਸ ਪਾਉ ਨੂੰ ਮੰਜ਼ਿਲ ਤੱਕ ਪਹੁੰਚਾਉਣਾ ਮੇਰਾ ਕੰਮ ਹੈ।
ਪਰ ਅੱਛਾ। ਕਦਮ ਤਾਂ ਤੁਹਾਨੂੰ ਚੱਕਣਾ ਪਏਗਾ। ਜੇ ਆਪਾਂ ਹੂੰ ਕਦਮ ਹੀ ਨਾ ਚੱਕੀਏ, ਆਪਾਂ ਇੱਕ ਹੀ ਥਾਂ ਤੇ ਖੜੇ ਹਾਂ ਤੇ ਪਰਮਾਤਮਾ ਮਿਹਰ ਕਰ, ਪਰਮਾਤਮਾ ਮੈਨੂੰ ਇਹ ਮਿਲ ਜਾਏ, ਉਹ ਮਿਲ ਜਾਏ, ਉਹ ਕੁਛ ਨਹੀਂ ਮਿਲੇਗਾ। ਕਦਮ ਤਾਂ ਅੱਗੇ ਵਧਾਉਣਾ ਪਏਗਾ। ਤਾਂ ਇੱਕ ਹਾਂ ਕਦਮ ਹੈਗਾ ਪਹਿਲਾ ਥਾਟ ਡਿਟਰਮੀਨੇਸ਼ਨ ਦਾ, ਦ੍ਰਿੜਤਾ ਦਾ ਇੱਕ ਸੰਕਲਪ ਕਿ ਮੈਂ ਕਰਨਾ ਹੈ, ਹੂੰ ਤਾਂ ਪਰਮਾਤਮਾ ਉਹਨੂੰ ਮੰਜ਼ਿਲ ਤੱਕ ਪਹੁੰਚਾਉਂਦਾ ਹੈ, ਮਤਲਬ ਸਾਡੀ ਦ੍ਰਿੜਤਾ ਹੀ ਸਾਨੂੰ ਅੱਗੇ ਲੈ ਕੇ ਜਾਂਦੀ। ਸਫਲਤਾ ਤੱਕ। ਮਤਲਬ ਇੱਕ ਉਹ ਕਿੱਦਾਂ ਬੋਲਦੇ, ਜਿੱਦਾਂ ਬਾਬਾ ਬੋਲਦੇ ਕਿ ਅਚਲ ਅਡੋਲ ਸਥਿਤੀ ਹੋਣੀ ਚਾਹੀਦੀ, ਤਾਂ ਦ੍ਰਿੜਤਾ ਨਾਲ ਹੀ ਅਚਲ ਅਡੋਲ, ਬਿਲਕੁਲ। ਜਾਂ ਦੋਨੋਂ ਅਲੱਗ-ਅਲੱਗ ਹੈ? ਦੇਖੋ, ਦ੍ਰਿੜਤਾ ਆਂਦੀ ਹੈ ਨਾ ਜਦੋਂ ਆਪਾਂ ਹੂੰ ਕੋਈ ਇੱਕ ਥਾਟ ਕਰੀਏ, ਤੇ ਥਾਟ ਸਿਸਟਮ ਇੰਨਾ ਪ੍ਰਭਾਵਸ਼ਾਲੀ ਹੁੰਦਾ ਜਾਂਦਾ ਹੈ ਕਿ ਇੱਕ ਥਾਟ 'ਚ ਤਾਕਤ ਕਦੋਂ ਵਰਦੀ ਹੈ, ਉਹ ਥਾਟ ਆਪਾਂ ਬਾਰ-ਬਾਰ ਰਿਵਾਈਜ਼ ਕਰਨੇ ਆ, ਤਾਂ ਉਹ ਥਾਟ 'ਚ ਤਾਕਤ ਆ ਜਾਂਦੀ ਹੈ। ਬੱਚਾ ਇੱਕ ਵਾਰ ਕਹਿ ਦਿੰਦਾ ਮੈਨੂੰ ਤਾਂ ਬਸ ਡਾਕਟਰ ਬਣਨਾ ਹੈ, ਮੈਨੂੰ ਤਾਂ ਬਸ ਡਾਕਟਰ ਬਣਨਾ ਹੈ, ਉਹ ਕਰਦੇ ਕਰਦੇ ਉਹਦੇ ਅੰਦਰ ਇੰਨਾ ਉਹ ਥਾਟ ਪਾਵਰਫੁਲ ਹੋ ਜਾਂਦਾ ਹੈ ਕਿ ਆਪਣੇ ਆਪ ਹੁਣ PMT ਟੈਸਟ ਦੇਣਾ ਕਲੀਅਰ, ਇਹ ਕਰਨਾ ਕਲੀਅਰ, ਬਸ ਕਿਉਂਕਿ ਬਹੁਤ ਪੱਕਾ ਥਾਟ ਹੈਗਾ, ਇਹ ਕਰਨਾ ਹੀ ਹੈ ਮੈਂ। ਤਾਂ ਇਸ ਵਾਸਤੇ ਪਰਮਾਤਮਾ ਰੋਜ਼ ਸਾਨੂੰ ਯਾਦ ਆਉਂਦਾ ਕਿ ਤੁਸੀਂ ਦੇਵੀ ਦੇਵਤਾ ਬਣਨਾ ਹੈ, ਇਹ ਤੁਹਾਡੀ ਮੰਜ਼ਿਲ ਹੈਗੀ ਹੈ, ਇਹ ਤੁਹਾਡਾ ਡੈਸਟੀਨੇਸ਼ਨ ਹੈਗਾ ਹੈ। ਹੂੰ ਤੁਸੀਂ ਦੇਵੀ ਦੇਵਤਾ ਸੀ ਤੇ ਤੁਸੀਂ ਹੀ ਫੇਰ ਬਣਨਾ ਹੈ। ਲਕਸ਼ ਦੇ ਦਿੰਦਾ ਪਰਮਾਤਮਾ। ਸਿਰਫ ਆਪਾਂ ਬਾਣੀ ਸੁਣ ਲਈ ਕਾਫੀ ਨਹੀਂ, ਜਦੋਂ ਉਸ ਬਾਣੀ ਨੂੰ ਆਪਣੇ ਅੰਦਰ ਆਪਾਂ ਧਾਰਨ ਕਰਨੇ ਆ ਤੇ ਆਪਣੇ ਅੰਦਰੋਂ ਇੱਕ ਆਵਾਜ਼ ਆਉਂਦੀ ਹੈ ਮੈਂ ਹੀ ਉਹ ਦੇਵੀ ਦੇਵਤਾ ਬਣਨਾ। ਚੇਂਜ ਤਾਂ ਆਉਂਦਾ ਹੈ। ਤੇ ਇਹ ਤਾਂ 108 ਦੀ ਗੱਲ ਹੋਈ, ਤੇ 16108 ਕਿਆ ਹੈ ਫਿਰ? 16108 ਹੈਗਾ ਸਤਯੁਗ ਤੇ ਤ੍ਰੇਤਾ ਯੁਗ ਦੀ ਸਾਰੀ ਰਾਇਲ ਫੈਮਿਲੀ। ਹੂੰ ਇਟ ਮੀਨਸ ਰਾਇਲ ਫੈਮਿਲੀ 'ਚ ਰਹੋਗੇ, ਭਾਵੇਂ ਤੁਸੀਂ ਤ੍ਰੇਤਾ 'ਚ ਆ ਜਾਓ, ਪਰ ਮਗਰ ਰਹੋਗੇ ਰਾਇਲ ਕਨੈਕਸ਼ਨ ਵਿੱਚ, ਅੱਛਾ ਰਾਜਾ ਰਾਣੀ ਉਸ ਫੈਮਿਲੀ ਦੇ ਕਨੈਕਸ਼ਨ 'ਚ ਰਹੋਗੇ। ਤਾਂ ਇਹ ਹੈ ਰਾਇਲ ਸੰਸਕਾਰਾਂ ਦੇ ਅੰਡਰ ਆਉਣਾ, ਕਿ ਤੁਸੀਂ ਜੇ ਰਾਇਲਟੀ ਨਹੀਂ ਛੱਡੀ, ਕੋਈ ਵੀ ਕੰਮ ਕੋਈ ਪਰਿਸਥਿਤੀ ਆਈ, ਫੇਲ ਵੀ ਹੋਏ ਕਦੇ ਕਦੇ, ਤ੍ਰੇਤਾ 'ਚ ਆਉਣਾ ਮੀਨਸ ਜਿੱਥੇ ਜਿੱਥੇ ਆਪਾਂ ਫੇਲ ਹੋਏ ਸੀ, ਤਾਂ ਤ੍ਰੇਤਾ 'ਚ ਭਲੇ ਆਓਗੇ, ਪਰ ਫਿਰ ਵੀ ਆਪਣੇ ਅੰਦਰ ਦੀ ਕੁਛ ਸਦਗੁਣਾ, ਕੁਛ ਵੈਲਿਊਜ਼ ਨੂੰ ਪੱਕਾ ਰੱਖਿਆ, ਅੱਛਾ ਰਾਇਲਟੀ ਨਹੀਂ ਛੱਡੀ, ਉੱਚਾ ਬੋਲਣ ਲੱਗਣਾ, ਇਹ ਕਰਨਾ, ਇਹ ਨਹੀਂ। ਕਿਉਂਕਿ ਜਦੋਂ ਆਪਣੀ ਉਸ ਸ਼ਾਂਤੀ, ਖੁਸ਼ੀ, ਰਾਇਲਟੀ ਦੇ ਅੰਦਰ ਰਹੇ, ਤਾਂ ਆਪਾਂ ਉਸ ਸਦਗੁਣ ਨਹੀਂ ਛੱਡੇ ਜਿਹੜੇ ਰਾਜਾਵਾਂ ਵਾਲੇ ਹੁੰਦੇ ਨੇ। ਰਾਜਾ ਤਾਂ ਅਸੀਂ ਬਣਨਾ ਹੀ ਹੈਗਾ। ਬਸ ਨਹੀਂ। ਤਾਂ ਫਿਰ ਇਹ ਸੋਚਣਾ ਹੈ ਸਤਯੁਗ 'ਚ ਕਿ ਤ੍ਰੇਤਾ ਯੁਗ 'ਚ ਕਿਸ ਰਾਇਲ ਫੈਮਿਲੀ 'ਚ ਆਉਣਾ ਹੈ। 16000 ਦੀ ਵੀ ਸ਼ੁਰੂ ਦੀ ਮਣਕਿਆਂ 'ਚ ਆਉਣਾ ਕਿ ਲਾਸਟ ਮਣਕਿਆਂ 'ਚ ਆਉਣਾ। ਅੱਛਾ, ਉਸ ਚ ਵੀ ਗਿਣਤੀ ਹੈ। ਤੇ ਪਤਾ ਕਿੱਦਾਂ ਲੱਗਣਾ ਕਿ ਉਦੋਂ ਮਾਲਾ ਪੂਰੀ ਗੋਲ ਤਰੀਕੇ ਤੇ, ਹਾਂ, ਕਿਉਂਕਿ ਉਧਰ ਤੇ ਸ਼ੁਰੂ ਕਰੋ ਤਾਂ ਵੀ ਉਧਰ ਇੱਕੋ ਤੇ ਹੀ ਸਟਾਰਟਿੰਗ ਆਏਗਾ, ਹੋਣੀ। ਇੱਥੋਂ ਆਏਗਾ, ਹਾਂ ਇੱਕੋ ਆਏਗਾ। ਹੂੰ ਕਿਉਂਕਿ ਮਾਲਾ ਦੀ ਇੱਕ ਖਾਸੀਅਤ ਹੁੰਦੀ ਹੈ, ਮਾਲਾ ਜਦੋਂ ਜਪੀ ਜਾਂਦੀ ਹੈ ਨਾ, ਤਾਂ ਇੱਕ ਇੱਕ ਦਾਣਾ ਅੱਗੇ ਵੱਧਦਾ ਜਾਂਦਾ ਹੈ। ਹਾਂਜੀ ਜਦੋਂ ਪੂਰਾ ਹੋ ਜਾਂਦਾ, ਫੁੱਲ ਤੱਕ ਪਹੁੰਚ ਜਾਂਦਾ, ਉਹਨੂੰ ਪਲਟੀ ਕਰਕੇ ਫਿਰ ਇੱਕ ਸ਼ੁਰੂ ਕਰਦੇ ਆ। ਤਾਂ ਇਟ ਮੀਨਸ ਜਦੋਂ ਪਲਟਦੇ ਨੇ, ਉਹਨੂੰ ਕ੍ਰੋਸ ਨਹੀਂ ਕਰਦੇ ਫੁੱਲ ਨੂੰ, ਹਾਂ ਠੀਕ ਹੈ। ਤਾਂ ਉਹਨੂੰ ਉੱਥੇ ਸ਼ੁਰੂ ਕਰੋਗੇ, ਫਿਰ ਇੱਕ ਸ਼ੁਰੂ ਹੋਏਗਾ, ਜੀ ਫਿਰ ਪਲਟਦੇ ਫਿਰ ਸ਼ੁਰੂ ਹੋਏਗਾ, ਤਾਂ ਇੱਕ ਸ਼ੁਰੂ ਹੋਏਗਾ। ਇਟ ਮੀਨਸ ਹਾਂ ਇੱਥੇ ਵੀ ਇੱਕ ਹੈ, ਇੱਥੇ ਵੀ ਇੱਕ। ਇਹਨੂੰ ਕਹਿੰਦੇ ਜੋੜੀ। ਅੱਛਾ ਤਾਂ ਇਹ ਸਾਰੀ ਜੋੜੀਆਂ ਜਿਹੜੀ ਹੈਗੀ ਹੈ ਬਣੇਗੀ, ਯੁਗਲ ਬਣਨਗੇ, ਇੱਥੋਂ ਇੱਕ, ਇੱਥੋਂ ਇੱਕ, ਇੱਥੋਂ ਦੂਜਾ, ਇੱਥੋਂ ਦੂਜਾ। ਤਾਂ ਅੱਛਾ ਇਹਨੂੰ ਕਹਿੰਦੇ ਨੇ ਮਾਲਾ ਮਤਲਬ ਦਾ ਦਾਣਾ ਬਣਨਾ। ਅਕੇਲੇ ਅਕੇਲੇ ਨਹੀਂ ਉਹ ਜਿਹੜਾ ਦੂਰ ਹੈ, ਤਾਂ ਜਿਹੜਾ ਫੁੱਲ ਦੇ ਸਾਹਮਣੇ ਆਏਗਾ, ਥੱਲੇ ਆਏਗਾ, ਉਹ ਹੈਗਾ ਦੂਰ। ਜੇ ਫੁੱਲ ਦੇ ਨੇੜੇ ਹੈ, ਉਹ ਇੱਥੇ ਵੀ ਨੇੜੇ ਤੇ ਇੱਥੇ ਵੀ ਨੇੜੇ ਹੈ, ਉਹ ਪਹਿਲਾ ਹੀ ਦਾਣਾ ਹੈ, ਇੱਥੇ ਵੀ ਪਹਿਲਾ ਤੇ ਇੱਥੇ ਵੀ ਪਹਿਲਾ ਹੈ। ਤੇ ਬ੍ਰਹਮਾ ਬਾਬਾ ਤੇ ਮੰਮਾ, ਉਹ ਤਾਂ ਯੁਗਲ ਦਾਣੇ 'ਚ ਫੁੱਲ ਦੇ ਬਿਲਕੁਲ ਨਾਲ ਜੁੜਿਆ ਹੋਇਆ ਦਾਣਾ ਹੁੰਦਾ ਹੈ। ਉਹ ਫਸਟ ਦਾਣਾ ਜੁੜਿਆ ਹੋਇਆ ਦਾਣਾ ਮੀਨਸ ਜਿਹਨੇ ਇੱਥੇ ਵੀ ਨਾਲ ਆਪਣਾ ਰੋਲ ਪਲੇ ਕੀਤਾ ਸੰਗਮ ਯੁੱਗ 'ਚ, ਤੇ ਸਤਯੁਗ 'ਚ ਲਕਸ਼ਮੀ ਨਾਰਾਇਣ ਬਣ ਕੇ ਪਾਲਣਾ ਦੇਣ ਦਾ ਰੋਲ ਵੀ ਕਰਨਗੇ। ਤੇ ਜਿੱਦਾਂ ਬੋਲਦੇ 108, ਇੱਕ ਹੁੰਦੀ ਇੱਕ 8 ਹੁੰਦੀ ਇੱਕ ਕੱਲੇ ਮਾਲਾ, ਇਹ 108 ਚ ਆਣੇ ਕਿ 8 ਮਾਲਾ ਚ ਆਣੇ? ਜਿਹੜਾ 8 ਹੈਗਾ ਸਕੋਲਰਸ਼ਿਪ ਜਿਹਨੂੰ ਕਹਿ ਰਹੇ ਬਾਬਾ, ਤੇ 8 ਉਹ ਦਾਣੇ ਦੇ ਜਿਹੜੇ ਪਰਮਾਤਮਾ ਨੂੰ ਪੂਰੀ ਹੈਲਪ ਕਰਨਗੇ, ਪਰਮਾਤਮਾ ਦੇ ਸਾਰੇ ਕੰਮਾਂ 'ਚ ਉਹ ਮਦਦਗਾਰ ਨੇ, ਤੇ ਪਰਮਾਤਮਾ ਨੂੰ ਉਹਨਾਂ ਦੀ ਲੋੜ ਹੈਗੀ ਹੈ। ਅੱਛਾ ਆਪਣੇ ਸਾਰੇ ਕੰਮ ਪੂਰੇ ਕਰਨਗੇ, ਤਾਂ ਉਹ 8 ਦਾਣੇ ਬਹੁਤ ਇੰਪੋਰਟੈਂਟ ਰੋਲ ਪਲੇ ਕਰਨਗੇ। ਉਹ ਆਤਮਾਵਾਂ ਬਹੁਤ ਸਪੈਸ਼ਲ ਸੋਲ ਹੈਗੀ, ਜਿਹਨੂੰ ਇਦਾਂ ਵੀ ਬੋਲਦੇ ਕਿ ਐਡਵਾਂਸ ਪਾਰਟੀ ਚ ਗਏ। ਜਾਂ ਕਹੀਏ ਕਿ ਧਰਮ ਰਾਜਪੁਰੀ 'ਚ
ਬਾਬਾ ਕਹਿੰਦਾ ਜਦੋਂ ਟ੍ਰਿਬਿਊਨਲ ਬੈਠੇਗੀ, ਸਾਰੀ ਕਚਹਿਰੀ ਲੱਗੇਗੀ, ਤਾਂ ਉਹ 8 ਉਹਨਾਂ ਦੇ ਨਾਲ ਹੋਣਗੇ, ਰੱਬ ਦੇ ਨਾਲ, ਜਿਹੜੇ ਡਿਸੀਜ਼ਨ ਦੇਣਗੇ ਮੁਕਤੀ ਜਾਂ ਜੀਵਨ ਮੁਕਤੀ। ਇਸ ਵੇਲੇ ਉਹ ਐਡਵਾਂਸ ਪਾਰਟੀ 'ਚ ਹੈ ਜਾਂ ਫਿਰ ਕਿਤੇ ਹੋਰ ਜਨਮ ਲੈ ਲਿਆ? ਕੀ ਕਹੋਗੇ ਕਿ ਨਹੀਂ, ਕੁਛ ਜੋ ਵੀ ਆਤਮਾ ਸਰੀਰ ਛੱਡਦੀ ਹੈ ਉਹ ਜਨਮ ਲੈਂਦੀ ਹੈ। ਬ੍ਰਹਮਾ ਬਾਬਾ ਇੱਕ ਸੰਪੂਰਨ ਸੋਲ ਸੀ ਜਿਨ੍ਹਾਂ ਨੇ ਅੱਗੇ ਜਨਮ ਨਹੀਂ ਲਿੱਤਾ। ਬਾਕੀ ਸਾਰੀ ਆਤਮਾਵਾਂ ਜਨਮ ਤਾਂ ਲੈ ਰਹੀ ਹੈ ਕਿਉਂਕਿ ਉਹਨਾਂ ਨੇ ਅੱਗੇ ਐਡਵਾਂਸ ਗਰੁੱਪ ਤਿਆਰ ਕੀਤਾ। ਇਟ ਮੀਨਸ ਸਤਯੁਗ ਦੀ ਜਿਹੜੀ ਤਿਆਰੀ ਕਰਦੇ ਨੇ ਉਹਨੂੰ ਐਡਵਾਂਸ ਪਾਰਟੀ ਕਹਿੰਦੇ ਆ। ਜ਼ਰੂਰ ਜੀ ਦੀਦੀ। ਸਾਡਾ ਅਗਲਾ ਪ੍ਰਸ਼ਨ ਹੈ, आत्मा ਦਾ इस जमीन पर, इस धरा पर प्रथम बार मतलब पहली वेला किसी परिवार च जन्म ਲੈਣੇ ਦਾ ਕੀ ਆਧਾਰ ਹੈ? ਮਤਲਬ ਜਿਹੜੀ ਆਤਮਾ ਹੈ ਪਹਿਲੀ ਵੇਲਾ ਇਸ ਜਨਮ 'ਚ ਕਿਸੇ ਪਰਿਵਾਰ 'ਚ ਜਨਮ ਲੈਂਦੀ, ਤਾਂ ਉਹਦਾ ਮਤਲਬ ਕੀ ਮਕਸਦ ਹੋ ਸਕਦਾ? ਸਿਰਫ ਸਿੰਪਲ ਇੱਕ ਜਨਮ ਲਿਆ ਤੇ ਆਪਣਾ ਕਰਮ ਪੂਰਾ ਕੀਤਾ, ਉਹ ਸਮਾਪਤ ਹੋ ਗਿਆ, ਜਾਂ ਕੁਝ ਸਪੈਸ਼ਲ ਹੀ ਬਣਨ ਵਾਸਤੇ ਆਉਂਦੇ? ਕੋਈ ਵੀ ਆਤਮਾ ਜਦੋਂ ਪ੍ਰਥਮ ਵਾਰ ਆਉਂਦੀ ਹੈ ਉਹ ਬਹੁਤ ਸਪੈਸ਼ਲ, ਬਹੁਤ ਚੰਗੇ ਖਰਚੇ, ਚੰਗੇ ਤਨ ਮਨ, ਹਰ ਚੀਜ਼ ਉਹਨੂੰ ਬਹੁਤ ਚੰਗਾ ਮਿਲੇਗਾ ਕਿਉਂਕਿ ਉਹ ਹੁਣੇ ਪਰਮਾਤਮਾ ਦੇ ਘਰ ਤੋਂ ਉਤਰੀ ਹੈਗੀ ਹੈ। ਉਹਨੂੰ ਕਹਿੰਦੇ ਕਿ ਉਹ ਮੁਕਤੀ ਧਾਮ ਜਾਂ ਸੱਚਖੰਡ ਤੋਂ ਹਜੇ ਉਤਰੀ ਹੈ, ਤਾਂ ਉਹਦਾ ਸ਼ੁਰੂ ਦਾ ਸਭ ਤੋਂ ਪਹਿਲਾ ਜਨਮ ਬਹੁਤ ਸਪੈਸ਼ਲ, ਬਹੁਤ ਚੰਗਾ, ਬਹੁਤ ਉੱਚਾ ਹੁੰਦਾ ਹੈ। ਉਸ ਤੋਂ ਬਾਅਦ ਉਹਨਾਂ ਦੇ ਕਰਮਾਂ ਦਾ ਲੇਖਾ ਜੋਖਾ ਸ਼ੁਰੂ ਹੁੰਦਾ ਹੈ ਅਤੇ ਕਰਮ ਦੇ ਲੇਖੇ ਜੋਖੇ ਨਾਲ ਨਾਲ ਉਹ ਅਗਲਾ ਜਨਮ ਜਦੋਂ ਲਏਗੀ ਤਾਂ ਉਹ ਕਿੰਨੀ ਗਿਰਾਵਟ 'ਚ ਆਉਣਾ ਹੈ, ਕਿੱਥੇ ਅੱਗੇ ਜਾਣਾ ਹੈ, ਤਾਂ ਇਹ ਡਿਸਾਈਡ ਹੁੰਦਾ ਫਿਰ ਉਹਦੇ ਕਰਮਾਂ ਨਾਲ। ਪਰ ਜਦੋਂ ਪਹਿਲਾ ਜਨਮ ਹੁੰਦਾ ਹੈ ਪਹਿਲਾ ਹਰ ਆਤਮਾ ਦਾ, ਜਿਹਨੂੰ ਬਾਬਾ ਕਹਿੰਦਾ ਜੀਵਨ ਮੁਕਤੀ, ਹਰ ਆਤਮਾ ਦੀ ਆਪਣੀ ਇੱਕ ਜੀਵਨ ਮੁਕਤੀ ਹੈਗੀ ਹੈ। ਯਾਨੀ ਜੀਵਨ ਹੈ ਪਰ ਦੁੱਖਾਂ ਤੋਂ ਮੁਕਤ ਸਥਿਤੀ ਹੈਗੀ ਹੈ। ਉਹਦੇ ਫਸਟ ਜਨਮ 'ਚ ਦੁੱਖ ਨਹੀਂ ਆਏਗਾ। ਦੀਦੀ ਅਗਲਾ ਪ੍ਰਸ਼ਨ ਇਹ ਹੈ ਕਿ ਬੋਲਦੇ ਕਿ ਇਹ ਡਾਇਨੇਸਟੀ ਮਤਲਬ ਇਹ ਮੇਰਾ ਭਾग्य ਹੀ ਹੈ। ਕਿਆ ਬਿਨਾਂ ਭਾग्य ਤੇ ਵੀ ਕੋਈ ਇਨਸਾਨ ਜਨਮ ਲੈਂਦਾ, ਜਾਂ ਕਰਮਾਂ ਦੇ ਕਰਮ ਫਲ ਇਨਸਾਨ ਜਨਮ ਲੈਂਦਾ? ਕਿਆ ਬੋਲ ਸਕਦੇ? ਐਕਚੁਅਲੀ ਕਰਮਾਂ ਦਾ ਹੀ ਫਲ ਮਿਲਦਾ ਹੈ। ਇਹ ਨਹੀਂ ਹੈ ਕਿ ਆਪਾਂ ਭਾग्य ਲੇਕਰ ਆਏ ਕਿ ਬਈ ਇਹ ਮੇਰੇ ਭਾग्य 'ਚ ਸੀ। ਭਾग्य ਬਣਾਇਆ ਵੀ ਜਾਂਦਾ ਹੈ। ਇੱਦਾਂ ਨਹੀਂ ਹੁੰਦਾ ਕਿ ਠੀਕ ਹੈ ਮੇਰੇ ਭਾग्य 'ਚ ਹੋਏਗਾ ਤਾਂ ਲੈ ਲਾਂਗੇ, ਭਾग्य 'ਚ ਹੋਏਗਾ ਤਾਂ ਫਿਰ ਭਾग्य ਦੇ ਭਰੋਸੇ ਬੈਠਿਆ ਨਹੀਂ ਜਾਂਦਾ ਹੁੰਦਾ ਕਿਉਂਕਿ ਭਾग्य ਕ੍ਰੀਏਟ ਕੀਤਾ ਜਾਂਦਾ ਹੈ ਕਿਉਂਕਿ ਭਾग्य ਦਾ ਆਧਾਰ ਕਰਮ ਸੀ। ਹਾਂਜੀ, ਕਰਮ ਤੋਂ ਵੀ ਪਹਿਲਾਂ ਆਪਣਾ ਐਟੀਟਿਊਡ, ਆਪਣੀ ਦ੍ਰਿਸ਼ਟੀਕੋਣ ਜਿਹੜਾ ਹੁੰਦਾ ਹੈ, ਤਾਂ ਉਸ ਤੋਂ ਵੀ ਪਹਿਲਾਂ ਆਪਣਾ ਥੋਟ। ਜੇ ਆਪਣਾ ਥੋਟ ਚੰਗਾ ਹੋ ਗਿਆ ਫਿਰ ਕਰਮ ਚੰਗੇ ਹੋਣਗੇ ਕਿਉਂਕਿ ਐਟੀਟਿਊਡ ਚੰਗਾ ਹੋ ਗਿਆ। ਪੋਜ਼ਿਟਿਵ 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 ਥੋਟ, ਪੋਜ਼ਿਟਿਵ ਐਟੀਟਿਊਡ, ਪੋਜ਼ਿਟਿਵ ਫਿਰ ਐਕਸ਼ਨ ਪੋਜ਼ਿਟਿਵ, ਐਕਸ਼ਨ ਪੋਜ਼ਿਟਿਵ ਹੋਏ ਤਾਂ ਫਿਰ ਡੈਸਟੀਨੇਸ਼ਨ, ਜਿਹੜੀ ਡੈਸਟੀਨੀ ਹੈਗੀ ਹੈ, ਜਿਹੜਾ ਭਾग्य ਹੈ, ਉਹ ਵੀ ਪੋਜ਼ਿਟਿਵ ਹੀ ਬਣੇਗਾ। ਤਾਂ ਇਸ ਵਾਸਤੇ ਸਾਡੇ ਭਾग्य ਦਾ ਆਧਾਰ ਸਾਡੇ ਆਪਣੇ ਥੋਟ ਸਿਸਟਮ ਹੈਗੇ। ਤਾਂ ਆਪਾਂ ਭਾग्य ਲੇਕਰ ਆਏ ਉਹ ਠੀਕ ਗੱਲ ਹੈਗੀ ਹੈ। ਪਰ ਕਈਆਂ ਨੂੰ ਜਿੱਦਾਂ ਪੁਰਾਣੀ ਜਾਇਦਾਦ ਮਿਲ ਜਾਂਦੀ ਹੈ ਨਾ, ਉਹ ਜਲਦੀ ਉਡਾ ਵੀ ਦਿੰਦੇ ਨੇ ਜੀ ਕਿਉਂਕਿ ਉਹਨਾਂ ਨੇ ਮਿਹਨਤ ਨਹੀਂ ਕੀਤੀ ਹੋਈ ਸੀ। ਉਹਨੂੰ ਪਤਾ ਨਹੀਂ ਕਿ ਇੰਨਾ ਪੈਸਾ ਕਿੱਦਾਂ ਕਮਾਇਆ ਜਾਂਦਾ ਹੈ, ਉਹਨੂੰ ਬਣਾ ਬਣਾਇਆ ਮਿਲਿਆ ਸੀ ਤੇ ਉਹਨੇ ਉਡਾਤਾ। ਇਟ ਮੀਨਸ ਭਾग्य 'ਚ ਤਾਂ ਸੀ, ਯਾਨੀ ਇੰਨਾ ਪੈਸਾ ਮਿਲਿਆ, ਬਟ ਉਹਨੂੰ ਸੰਭਾਲਣਾ ਸਹੀਜਣਾ ਉਹਨੂੰ ਨਹੀਂ ਆਇਆ ਤੇ ਇਸ ਵਾਸਤੇ ਉਡਾਤਾ। ਹੁਣ ਕੀ ਕਰੇ ਕਿਉਂਕਿ ਹੁਣ ਉਸਨੇ ਕਰਮ ਚੰਗੇ ਕੀਤੇ ਨਹੀਂ। ਹੁਣ ਚੰਗੇ ਕਰਮ ਕਰੇਗਾ ਤਾਂ ਅੱਗੇ ਤੱਕ ਜਾਏਗਾ, ਤਾਂ ਉਹਨੂੰ ਵਧਾ ਪਾਏਗਾ। ਇਟ ਮੀਨਸ ਜਿਨ੍ਹਾਂ ਨੂੰ ਪੈਸੇ ਦੀ ਕਦਰ ਹੁੰਦੀ ਹੈ ਉਹ ਉਹਨੂੰ ਇਨਵੈਸਟ ਕਰਨਾ ਸਿੱਖਦੇ ਨੇ। ਉਹਨਾਂ ਨੇ ਫਿਰ ਇਨਵੈਸਟ ਚੰਗਾ ਕੀਤਾ ਤੇ ਹੋਰ ਵੱਧ ਗਿਆ, ਪੈਸਾ ਹੋਰ ਵੱਧ ਗਿਆ। ਪਰ ਜਿਨ੍ਹਾਂ ਨੂੰ ਨਹੀਂ ਆਉਂਦਾ ਇਨਵੈਸਟ ਕਰਨਾ, ਉਹ ਮਿਲਿਆ ਹੋਇਆ ਪੈਸਾ ਵੀ ਗਵਾਤਾ ਕਰ ਦਿੰਦੇ ਆ, ਤਾਂ ਇੱਦਾਂ ਬਰਬਾਦੀ ਹੁੰਦੀ ਹੈ। ਤਾਂ ਇਸ ਤਰ੍ਹਾਂ ਸਾਡੇ ਕਰਮ ਹੈਗੇ। ਕਰਮ ਅਨੁਸਾਰ ਯਾਨੀ ਭਾग्य ਅਨੁਸਾਰ ਬਹੁਤ ਚੰਗੇ ਘਰ 'ਚ ਜਨਮ ਮਿਲਿਆ, ਬਹੁਤ ਸੋਹਣਾ ਸਰੀਰ ਮਿਲਿਆ, ਸਭ ਕੁਛ ਬਹੁਤ ਸੋਹਣਾ ਮਿਲਿਆ, ਬਟ ਹੁਣ ਉਹਨੂੰ ਚੰਗੇ ਕਰਮ ਕਰਨੇ ਆਉਂਦੇ ਨਹੀਂ, ਹੁਣ ਨਹੀਂ ਕਰ ਰਿਹਾ। ਇਟ ਮੀਨਸ ਆਪਣਾ ਮਿਲਿਆ ਹੋਇਆ ਭਾग्य ਵੀ ਗਵਾ ਦੇਗਾ। ਕਹਿੰਦੇ ਜਿੰਦੇ ਭਾਗ 'ਚ ਹੁੰਦਾ ਹੈ वो तो सब कुछ भाग के आता है ना। जो आपके भाग्य में वो भाग के आएगा, और अगर आपके भाग्य में नहीं है तो आके भी भाग जाएगा। कितने ਅਸੀਂ ਕੋਟੇਸ਼ਨ ਪੜ੍ਹੀ ਸੀ, ਇਹਦੇ ਤੋਂ ਸਪਸ਼ਟ ਹੈਗਾ ਕਿ ਅਸਲ 'ਚ
ਡੈਸਟੀਨੀ ਹੁੰਦੀ ਹੈ, ਭਾਗਯ ਹੁੰਦਾ ਹੈ, ਕਿਉਂਕਿ ਆਪਾਂ ਪਿੱਛੇ ਕਰਮ ਕੀਤੇ ਹੋਏ ਸੀ, ਪਰ ਉਹਨੂੰ ਬਣਾਏ ਰੱਖਣਾ ਇਹ ਸਾਡੀ ਕਾਬਲੀਅਤ ਹੈ, ਮਤਲਬ ਸਕਿੱਲ ਹੈ। ਪਿਛਲੇ ਕਰਮ ਦਾ ਕੀਤਾ ਹੋਇਆ ਫਲ ਹਾਂ ਉਹ ਸਾਡੇ ਅਗਲੇ ਕਰਮ 'ਚ ਜਾਂ ਫਿਰ ਅਗਲੇ ਜਨਮ 'ਚ ਉਹ ਭਾਗਯ 'ਚ ਵੀ ਗਿਣਿਆ ਜਾ ਸਕਦਾ। ਹਾਂਜੀ, ਕਹਿਣੇ ਦਾ ਮਤਲਬ ਤੁਹਾਡਾ ਹਾਂਜੀ। ਇਹ ਹੈ। ਮਤਲਬ ਅਗਲਾ ਉਸ ਤੇ ਅਗਲਾ ਹੋਰ ਜਨਮ ਮਤਲਬ ਬਣਾਉਣਾ ਹੋ ਅੱਛਾ ਤਾਂ ਫਿਰ ਹੁਣ ਉਸ ਸਾਨੂੰ ਸਮੇਂ ਕਰਨਾ ਪੈਣਾ। ਪਏਗਾ। ਬਹੁਤ ਅੱਛੀ ਗੱਲ ਹੈ। ਸਮਾਂ ਹੁਣ ਥੋੜ੍ਹਾ ਬੀਤਦਾ ਜਾਂਦਾ। ਕਿਆ ਤੁਸੀਂ ਸਾਨੂੰ ਜਾਂ ਸਾਡੇ ਦਰਸ਼ਕਾਂ ਨੂੰ 2 ਜਾਂ 3 ਮਿੰਟ ਰਾਜਯੋਗ ਦਾ ਅਭਿਆਸ ਕਰਾ ਸਕਦੇ? ਇਹਦੇ ਵਾਸਤੇ ਅੱਜ ਆਪਣੇ ਆਪ ਨੂੰ ਸਿਰਫ ਸੋਚਣਾ ਹੈ ਕਿ ਮੇਰੇ ਨਾਲ ਬਹੁਤ ਬਹੁਤ ਬੜੀ ਕਿਸਮਤ, ਬਹੁਤ ਭਾਗਯ ਮੇਰੇ ਨਾਲ ਹੈਗਾ, ਕਿਉਂਕਿ ਮੈਂ ਭਾਗਯ ਵਿਧਾਤਾ ਦੀ ਸੰਤਾਨ ਹਾਂ। ਤੇ ਆਪਣੇ ਆਪ ਨੂੰ ਸੋਚ ਕੇ ਵੇਖੋ, ਭਾਗਯ ਵਿਧਾਤਾ ਪਰਮਾਤਮਾ ਮੇਰਾ ਪਿਤਾ ਹੈ, ਜਿੰਦਾ ਪਿਤਾ ਸਵਯੰ ਭਾਗਯ ਵਿਧਾਤਾ ਹੋਵੇ, ਉਹ ਆਪਣੇ ਬੱਚੇ ਦੇ ਭਾਗਯ 'ਚ ਕੀ ਲਿਖ ਦੇਗਾ, ਸੋਚ ਕੇ ਵੇਖੋ। ਉਹ ਸਾਰਾ ਭਾਗਯ ਆਪਣਾ ਸੋਚੋ ਕਿ ਰੱਬ ਨੇ ਚੰਗੀ ਸਿਹਤ, ਚੰਗਾ ਤਨ ਤੇ ਚੰਗਾ ਮਨ ਮੇਰੇ ਵਾਸਤੇ ਸਪੈਸ਼ਲ ਰੱਖਿਆ ਹੈ। ਰੱਬ ਦੀ ਸਪੈਸ਼ਲ ਬਲੈਸਿੰਗਸ ਮੇਰੇ ਉੱਤੇ ਹੈ। ਉਹਦੀ ਛਤਰ ਛਾਇਆ 'ਚ ਮੈਂ ਪਲ ਰਿਹਾ ਹਾਂ। ਉਸ ਛਤਰ ਛਾਇਆ ਨੂੰ ਫੀਲ ਕਰੋ। मैं आत्मा बहुत खुशकिस्मत हाँ कि हमेशा उनकी छत्र छाया 'ਚ सुरक्षित रहंदा हाँ। एक सुरक्षा कवच मेरे चारों ओर है। आज सारा दिन इस सुरक्षा कवच ਨੂੰ फील करना। एक पॉजिटिव प्योर वाइट लाइट ਦਾ ਔਰਾ सदा मेरे आसपास है। ओम शांति। ਓਮ ਸ਼ਾਂਤੀ। ਦੀਦੀ ਅੱਜ ਤੁਸੀਂ ਸਾਨੂੰ ਇਸ ਪ੍ਰੋਗਰਾਮ 'ਚ ਸਾਡੇ ਪ੍ਰਸ਼ਨਾਂ ਦਾ ਜਿੱਦਾਂ ਉੱਤਰ ਦਿੰਦੇ ਮੈਨੂੰ ਬਹੁਤ ਅੱਛਾ ਲੱਗਦਾ ਔਰ ਮੈਨੂੰ ਇਹ ਉਮੀਦ ਹੈ ਕਿ ਤੁਸੀਂ ਇਸ ਕਾਰਿਕ੍ਰਮ 'ਚ ਆਉਂਦੇ ਰਹੋ। ਮੈਂ ਤੁਹਾਨੂੰ ਵੀ ਔਰ ਅਗਲੇ ਕਾਰਿਕ੍ਰਮ 'ਚ ਇਨਵੀਟੇਸ਼ਨ ਦਿੰਦੀ ਹਾਂ ਕਿ ਤੁਸੀਂ ਸਾਡੇ ਇਸ ਕਾਰਿਕ੍ਰਮ 'ਚ ਆਉਂਦੇ ਰਹੋ ਅਤੇ ਸਾਡੇ ਪ੍ਰਸ਼ਨਾਂ ਦਾ ਉੱਤਰ ਦਿੰਦੇ ਰਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ओम शांति। ਓਮ ਸ਼ਾਂਤੀ। ਮਿੱਤਰੋ, ਅੱਜ ਅਸੀਂ ਸਤਿਗੁਰੂ ਕਰਤਾ ਪੁਰਖ 'ਚ ਸਾਡੇ ਪ੍ਰਸ਼ਨ ਜਿਹੜੇ ਤੁਹਾਡੇ ਪ੍ਰਸ਼ਨ ਮੇਰੇ ਈਮੇਲ 'ਚ ਆਏ ਥੇ, ਖਾਸ ਕਰ ਇੱਕ ਭੈਣ ਹੈ ਉਹਨਾਂ ਦਾ ਪ੍ਰਸ਼ਨ ਆਇਆ। ਮੈਨੂੰ ਲੱਗਦਾ ਤੁਹਾਨੂੰ ਇਹ ਪ੍ਰਸ਼ਨਾਂ ਦਾ ਉੱਤਰ ਤੁਹਾਨੂੰ ਮਿਲ ਗਿਆ ਹੋਣਾ। ਅਗਲੀ ਕੜੀ 'ਚ ਫਿਰ ਤੇ ਹੀ ਇੱਕ ਨਏ ਮਹਿਮਾਨ 'ਤੇ ਜਾਂ ਫਿਰ ਕੋਸ਼ਿਸ਼ ਕਰੂੰਗੇ ਕਿ ਸਾਡੇ ਇਸ ਪ੍ਰੋਗਰਾਮ 'ਚ ਉਹੀ ਜਿਹੜੇ ਸਾਡੇ ਪੂਨਮ ਦੀਦੀ ਹੈ ਉਹੀ ਦੁਬਾਰਾ ਆਈਏ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਨਮਸਕਾਰ। ਓਮ ਸ਼ਾਂਤੀ।